ਇੱਕ ਮਾਈ ਜੰਮੂ ਤੋਂ ਆਈ ਹੋਈ ਸੀ। ਇੱਕ ਦਿਨ ਪਹਿਲਾਂ ਵੀ ਉਹ ਆਈ ਸੀ। ਉਹਨੂੰ ਕੋਈ ਸਰੀਰਕ ਰੋਗ ਹੈ। ਕਾਫੀ ਸਮੇਂ ਤੋਂ ਇਲਾਜ ਕਰਵਾ ਰਹੀ ਹੈ, ਪਰ ਪੂਰੀ ਤਰ੍ਹਾਂ ਠੀਕ ਨਹੀਂ ਹੋ ਰਿਹਾ। ਤੇ ਉਹ ਆਈ ਸੀ ਵੀ ਸ਼ਾਇਦ ਕੋਈ ਕਿਰਪਾ ਹੋ ਜਾਵੇ। ਅਕਸਰ ਬੰਦਾ ਇਹੋ ਸੋਚਦਾ ਹੈ ਨਾ। ਤੇ ਮੈਂ ਉਹਨੂੰ ਕਿਹਾ ਸੀ ਵੀ ਤੂੰ ਸਵੀਕਾਰ ਕਰ, ਜੋ ਵੀ ਰੋਗ ਪਰਮਾਤਮਾ ਨੇ ਦਿੱਤਾ ਹੈ, ਸਰੀਰ ਨੂੰ ਲੱਗਾ ਹੋਇਆ ਹੈ, ਤੇ ਭਲਾ ਹੀ ਹੋਵੇਗਾ। ਨਾਲੇ ਦੁੱਖ ਦਾਰੂ ਕਿਹਾ ਹੈ, ਤੇ ਸਵੀਕਾਰ ਕਰ। ਕੁਝ ਸਮੇਂ ਮੈਂ ਸਮਝਾਇਆ ਵੀ, ਪਰ ਉਹਦੇ ਗੱਲ ਸਮਝ ਵਿੱਚ ਆਈ ਨਹੀਂ। ਅੱਜ ਜਦੋਂ ਆਏ ਤੇ ਮੈਂ ਉਹਨੂੰ ਪੁੱਛਿਆ ਵੀ ਤੈਨੂੰ ਕਿੰਨਾ ਕੁ ਭਰੋਸਾ ਹੈ। ਕਹਿੰਦੀ ਪੂਰਾ ਭਰੋਸਾ ਹੈ, ਤਾਂ ਹੀ ਤਾਂ ਆਏ ਹਾਂ ਤੁਹਾਡੇ ਕੋਲ। ਮੈਂ ਕਿਹਾ ਕਿੰਨੇ %? ਕਹਿੰਦੀ 100%। ਮੈਂ ਫਿਰ ਤੂੰ ਮਰਨ ਦੀ ਤਿਆਰੀ ਕਰ, ਹੁਣ ਤੂੰ ਸ਼ੁਰੂ ਕਰ ਦੇ। ਉਹ ਤੇ ਇੱਕਦਮ ਹੈਰਾਨ ਹੋ ਗਈ, ਕਿਉਂਕਿ ਉਹਦੇ ਖਿਆਲ ਵਿੱਚ ਵੀ ਨਹੀਂ ਹੈ ਗੱਲ, ਨਾ ਹੀ ਕੋਈ ਕਹਿੰਦਾ ਹੈ। ਕਿਉਂਕਿ ਅਕਸਰ ਸਾਧੂ ਮਹਾਤਮਾ ਤੇ ਦਿਲਾਸਾ ਦਿੰਦੇ ਹਨ, ਧਰਵਾਸਾ ਦਿੰਦੇ ਹਨ ਅਕਸਰ ਲੋਕ ਕਿ ਕੋਈ ਨਹੀਂ, ਠੀਕ ਹੋ ਜੂ, ਭਰੋਸਾ ਰੱਖ, ਸ਼ਰਧਾ ਰੱਖ। ਤੋ ਦਿਲਾਸਾ ਭਰੋਸਾ ਦੇਣ ਨਾਲ ਅਗਲਾ ਖੁਸ਼ ਹੁੰਦਾ ਹੈ, ਤੇ ਜਾਂਦੇ ਵਾਰ ਫਿਰ ਸਾਧੂ ਦਾ ਸਤਿਕਾਰ ਵੀ ਕਰਨਗੇ। ਪਰ ਇੱਧਰ ਉਲਟੀ ਗੱਲ ਹੋ ਗਈ। ਮੈਂ ਉਹਨੂੰ ਕਿਹਾ ਵੀ ਮਰਨ ਦੀ ਤਿਆਰੀ ਕਰ, ਆਖਰਕਾਰ ਤੇ ਮਰਨਾ ਹੀ ਹੈ, ਮੌਤ ਤੇ ਆਉਣੀ ਆ। ਤੇ ਜਿਹੜੀ ਆਉਣੀ ਹੈ, ਆ ਹੀ ਰਹੀ ਹੈ, ਤੇ ਉਹਦੀ ਤਿਆਰੀ ਸ਼ੁਰੂ ਕਰ ਦੇ ਪਹਿਲਾਂ ਹੀ। ਨਾਲੇ ਤੈਨੂੰ ਅਵਸਰ ਮਿਲਿਆ ਹੋਇਆ ਹੈ। ਕਬੂਲ ਕਰ ਲਾ ਮਰਨਾ, ਤੇ ਤਿਆਰੀ ਕਰ। ਤਿਆਰੀ ਜਿਵੇਂ ਤੁਸੀਂ ਕਿਤੇ ਜਾਣ ਦੀ ਟੂਰ 'ਤੇ ਤਿਆਰੀ ਕਰਦੇ ਹੋ ਨਾ, ਸਮਾਨ ਲੈ ਕੇ ਜਾਣਾ ਹੈ, ਕੀ ਉੱਥੇ ਰਹਿਣ ਵਾਸਤੇ, ਖਾਣ ਵਾਸਤੇ, ਪਹਿਨਣ ਵਾਸਤੇ, ਤੇ ਪੂਰੀ ਆਦਮੀ ਤਿਆਰੀ ਕਰਦਾ ਹੈ ਯਾਤਰਾ ਦੀ। ਮੈਂ ਕਿਹਾ ਇੱਥੇ ਉਲਟੀ ਤਿਆਰੀ ਹੋਵੇਗੀ। ਇੱਥੇ ਕੁਛ ਨਾਲ ਲੈ ਕੇ ਜਾਣ ਦੀ ਤਿਆਰੀ ਨਹੀਂ ਹੋਣੀ ਹੈ, ਇੱਥੇ ਛੱਡਣ ਦੀ ਤਿਆਰੀ ਹੋਣੀ ਹੈ। ਕਿਉਂਕਿ ਸਭ ਕੁਝ ਛੱਡ ਕੇ ਜਾਣਾ ਹੈ ਨਾ, ਤੇ ਛੱਡਣ ਦੀ ਤਿਆਰੀ ਕਰੋ। ਮੈਂ ਮਾਈ ਨੂੰ ਕਿਹਾ ਵੀ ਹਾਂ, ਜਿਹੜਾ ਪਰਸ ਟੰਗਿਆ ਹੋਇਆ ਮੋਢੇ ਨੇ ਚੱਕ ਕੇ ਪਰੇ ਮਾਰ, ਸ਼ੁਰੂਆਤ ਤੇ ਕਰ। ਪਰ ਉਹਦੀ ਗੱਲ ਸਮਝ ਵਿੱਚ ਫਿਰ ਵੀ ਨਹੀਂ ਸੀ ਆ ਰਹੀ। ਉਹ ਵਾਰ-ਵਾਰ ਕਹਿ ਰਹੀ ਸੀ ਤੁਹਾਡੀ ਕਿਰਪਾ ਹੋ ਜਾਵੇ। ਤੋ ਇਸ ਆਸਾ ਕਰਕੇ ਆਈ ਸੀ ਵੀ ਮੈਂ ਠੀਕ ਹੋ ਜਾਵਾਂ। ਪਰ ਉਹਦੇ ਨਾਲ ਉਹਦਾ ਘਰ ਵਾਲਾ ਆਇਆ ਸੀ, ਕੋਈ ਆਰਮੀ ਆਫਿਸਰ ਹੈ। ਉਹ ਜ਼ਿਆਦਾ ਸਮਝ ਰਿਹਾ ਸੀ
ਮੈਂ ਅਕਸਰ ਦੇਖਿਆ ਹੈ, ਕਈ ਵਾਰ ਜਿਹਨੂੰ ਸਮਝਾਓ ਉਹ ਨਹੀਂ ਸਮਝਦਾ ਹੈ, ਉਹਦੇ ਲਾਗੇ ਜਿਹੜਾ ਬੈਠਾ ਹੁੰਦਾ ਹੈ ਉਹ ਜ਼ਿਆਦਾ ਗੱਲ ਸਮਝਦਾ। ਉਹ ਇਸ ਕਰਕੇ ਵੀ ਸਮਝ ਰਿਹਾ ਸੀ ਕਿਉਂਕਿ ਇਹ ਬਿਮਾਰ ਹੈ ਬਹੁਤ ਸਮੇਂ ਤੋਂ। ਤੇ ਜਿਹੜਾ ਆਦਮੀ ਬਿਮਾਰ ਹੋਵੇ ਨਾ, ਉਹਦੇ ਅੰਦਰ ਜੀਵਨ ਦੀ ਇੱਛਾ ਵੀ ਜ਼ਿਆਦਾ ਹੁੰਦੀ ਹੈ, ਚਾਹਤ ਵੀ ਜ਼ਿਆਦਾ ਹੁੰਦੀ। ਤੁਸੀਂ ਗੱਲ ਉਲਟੀ ਸਮਝੋਗੇ। ਜਿਹੜਾ ਰੋਗਗ੍ਰਸਤ ਹੋਵੇ ਤੋ ਜੀਂਦਾ ਨਹੀਂ ਹੈ, ਉਹ ਜੀਵਨ ਬਾਰੇ ਜ਼ਿਆਦਾ ਸੋਚਦਾ ਹੈ ਵੀ ਮੈਂ ਠੀਕ ਹੋਊਂਗਾ, ਰਾਜੀ ਹੋਊਂਗਾ ਤੇ ਫਿਰ ਜੀਊਂਗਾ, ਜਾਂ ਮੈਂ ਠੀਕ ਹੋਊਂਗੀ, ਰੋਗ ਰਹਿਤ ਹੋਊਂਗੀ ਤਾਂ ਜੀਊਂਗੀ। ਤੋ ਜੀਣ ਬਾਰੇ ਸੋਚਣ ਕਰਕੇ ਜੀਵਨ ਦੀ ਲਾਲਸਾ ਦੇ ਨਾਲ ਜ਼ਿਆਦਾ ਭਰਦਾ ਰਹਿੰਦਾ ਹੈ ਜਿਹੜਾ ਆਦਮੀ ਰੋਗੀ ਹੈ, ਜਿਹੜਾ ਜੀਂਦਾ ਨਹੀਂ। ਰੋਗੀ ਤਾਂ ਸਾਰੇ ਹੀ ਹਨ, ਜੀ ਤੇ ਤੁਸੀਂ ਕੋਈ ਵੀ ਨਹੀਂ ਰਹੇ ਹੋ, ਇਸ ਕਰਕੇ ਜੀਵਨ ਦੀ ਲਾਲਸਾ ਨਾਲ ਭਰ ਰਹੇ ਹੋ। ਜੀਂਦੇ ਹੁੰਦੇ ਤੇ ਫਿਰ ਜੀਵਨ ਦੀ ਲਾਲਸਾ ਨਾਲ ਭਰਨ ਦੀ ਲੋੜ ਨਹੀਂ ਹੈ ਨਾ। ਪਰ ਜਿਹੜਾ ਸਰੀਰਕ ਰੋਗੀ ਹੋਵੇ ਹੋਰ ਵੀ ਜ਼ਿਆਦਾ ਭਰ ਜਾਂਦਾ ਹੈ ਜੀਵਨ ਦੀ ਲਾਲਸਾ ਨਾਲ। ਉਹ ਜੀਵਨ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ, ਜੀਂਦਾ ਰਵਾਂ। ਇਸੇ ਕਾਰਨ ਹੀ ਜਿਹੜੇ ਜ਼ਿਆਦਾ ਪਰੇਸ਼ਾਨ ਰੋਗੀ ਲੋਕ ਹੁੰਦੇ ਹਨ ਨਾ, ਉਹ ਜ਼ਿਆਦਾਤਰ ਧਾਰਮਿਕ ਹੋ ਜਾਂਦੇ ਹਨ। ਉਹ ਸੋਚਦੇ ਹਨ ਸ਼ਾਇਦ ਕਿਤੇ ਨਾ ਕਿਤੇ ਸਾਡੀ ਬਿਮਾਰੀ ਦਾ ਇਲਾਜ ਹੋ ਜਾਵੇ, ਅਸੀਂ ਰੋਗ ਰਹਿਤ ਹੋ ਜਾਈ, ਜੀ ਸਕੀ ਅਸੀਂ ਵੀ ਦੂਸਰਿਆਂ ਵਾਂਗ। ਤੋ ਜੀਵਨ ਦੀ ਲਾਲਸਾ ਕਰਕੇ ਹੀ ਧਾਰਮਿਕ ਹੁੰਦੇ ਹਨ ਜ਼ਿਆਦਾਤਰ ਲੋਕ। ਅਤੇ ਇਸੇ ਕਾਰਨ ਹੀ ਧਰਮ ਦੀ ਗੱਲ ਉਹਨਾਂ ਨੂੰ ਸਮਝ ਵਿੱਚ ਨਹੀਂ ਆਉਂਦੀ। ਅਤੇ ਜਿਹੜਾ ਥੋੜ੍ਹਾ ਜਿਹਾ ਠੀਕ ਠਾਕ ਹੁੰਦਾ ਹੈ, ਜੀ ਰਿਹਾ ਹੁੰਦਾ ਹੈ, ਉਹ ਇੰਨੇ ਜੀਵਨ ਦੀ ਲਾਲਸਾ 'ਚ ਨਹੀਂ ਭਰਿਆ ਹੁੰਦਾ। ਪਰ ਜਿਹੜਾ ਰੋਗਗ੍ਰਸਤ ਹੋਵੇ ਉਹ ਜ਼ਿਆਦਾ ਜੀਵਨ ਦੀ ਲਾਲਸਾ ਦੇ ਨਾਲ ਭਰਿਆ, ਕਿਉਂਕਿ ਅੱਠੇ ਪਹਿਰ ਸੋਚ ਹੀ ਖਿਆਲ ਹੀ ਇਹ ਬਣਿਆ ਹੋਇਆ ਹੈ ਵੀ ਮੈਂ ਜੀ ਨਹੀਂ ਰਹੀ ਹਾਂ ਜਾਂ ਮੈਂ ਜੀ ਨਹੀਂ ਰਿਹਾ ਹਾਂ, ਚੰਗਾ ਜੀਵਨ ਮੈਨੂੰ ਮਿਲੇ, ਰੋਗ ਮੁਕਤ ਹੋਵਾਂ, ਬਿਮਾਰੀ ਮੁਕਤ ਹੋਵਾਂ। ਚੰਗੇ ਜੀਵਨ ਦੀ ਤਲਾਸ਼ ਦੇ ਵਿੱਚ ਤੇ ਸਾਰੇ ਹੀ ਹਨ, ਜੀ ਤੇ ਕੋਈ ਵੀ ਨਹੀਂ ਰਿਹਾ। ਅਤੇ ਜੀਵਨ ਦੀ ਇੱਛਾ, ਚਾਹਤ ਤੁਹਾਨੂੰ ਭਜਾਈ ਫਿਰਦੀ। ਅਤੇ ਮੈਂ ਕਿਹਾ ਜੀਵਨ ਦੀ ਚਾਹਤ ਹੀ ਛੱਡ। ਜੀਵਨ ਦੀ ਚਾਹਤ ਹੀ ਛੱਡ। ਦੇਖੋ ਤੁਸੀਂ ਖਿਆਲ ਕਰੋ, ਅਕਸਰ ਤੁਸੀਂ ਦੇਖਿਆ ਹੋਵੇ ਕਿ ਨਾ ਬਹੁਤ ਲੋਕ ਐਸੇ ਜਿਹੜੇ ਬੜੇ ਹੀ ਕਸ਼ਟੋਂ ਭੋਗ ਰਹੇ ਹਨ ਸਰੀਰ ਕਰਕੇ, ਲੰਗੜੇ ਹਨ, ਲੂਲੇ ਹਨ, ਅਪਾਹਿਜ ਹਨ, ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ। ਤੁਹਾਨੂੰ ਬੜੀ ਦਇਆ ਆਉਂਦੀ ਵੀ ਇਹ ਆਦਮੀ ਜੀ ਕਿਉਂ ਰਿਹਾ, ਪਰ ਜੀਵਨ ਦੀ ਲਾਲਸਾ ਬਹੁਤ ਗਹਿਰੀ ਹੈ ਆਦਮੀ। ਇਹ ਆਖਰੀ ਤੱਕ ਪਕੜ ਕੇ ਰੱਖਦੀ। ਸੰਸਾਰ ਨੂੰ ਕੌਣ ਛੱਡਣਾ ਚਾਹੁੰਦਾ? ਪਰਿਵਾਰ ਹੈ, ਬੱਚੇ ਹਨ, ਉਹਨਾਂ ਦੀਆਂ ਸ਼ਾਦੀਆਂ ਕਰਨੀਆਂ ਹਨ, ਕਈ ਸੁਪਨੇ ਆਦਮੀ ਲੈਂਦਾ ਹੈ, ਉਹ ਸੁਪਨੇ ਸਾਰੇ ਚਕਨਾਚੂਰ ਹੋ ਜਾਣਗੇ। ਜੀਵਨ ਨਾ ਹੋਊਗਾ ਤਾਂ ਫਿਰ ਚਕਨਾਚੂਰ ਤਾਂ ਹੋਣਾ ਹੀ ਹੈ ਨਾ। ਅਤੇ ਆਦਮੀ ਬਹੁਤ ਸੁਪਨੇ ਲੈਂਦਾ ਹੈ ਗਾਹਾਂ ਦੇ, ਸੋਚਦਾ ਹੈ ਅੱਗੇ ਬਾਰੇ, ਅਤੇ ਮਰਨਾ ਸਵੀਕਾਰ। ਅਤੇ ਮਰਦੇ ਹੋਏ ਆਦਮੀ ਨੂੰ ਨਹੀਂ ਹੈ, ਅਤੇ ਜੇ ਤੁਰੀ ਫਿਰਦੀ ਹੈ। ਅਤੇ ਫਿਰ ਜਾਂਦੇ ਜਾਂਦੇ ਵਾਰ ਕਹੀ ਜਾਵੇ ਤੁਹਾਡੀ ਕਿਰਪਾ ਹੋਈ, ਫਿਰ ਜਾਂਦੇ ਜਾਂਦੇ ਕਹਿੰਦੇ ਅਸੀਂ ਦੁਬਾਰਾ ਆਵਾਂਗੇ।
ਮੈਂ ਕਿਹਾ ਦੇਖੋ ਕਿੰਨੀ ਗਹਿਰੀ ਹੈ ਜੀਵਨ ਦੀ ਵਾਸ਼ਨਾ, ਵੀ ਦੁਬਾਰਾ ਆਉਣ ਦੀ ਚਾਹਤ ਵੀ ਜੀਵਨ ਦੀ ਵਾਸ਼ਨਾ 'ਚੋਂ ਨਿਕਲ ਰਹੀ ਹੈ। ਮੈਂ ਕਹਿੰਦਾ ਮਰਨਾ ਕਬੂਲ ਕਰੋ। ਜਿਹੜਾ ਮਰਨਾ ਕਬੂਲ ਕਰ ਲਿਆ ਉਹ ਫਿਰ ਦੁਬਾਰਾ ਕਿੱਥੇ ਆਉਂਦਾ ਹੈ, ਨਾਲੇ ਆਉਣ ਬਾਰੇ ਸੋਚਦਾ ਹੈ। ਜੋ ਮਰ ਹੀ ਜਾਣਾ ਹੈ ਫਿਰ ਸੋਚਣਾ ਕਿਉਂ ਹੈ ਦੁਬਾਰਾ। ਤਾਂ ਬਹੁਤ ਗਹਿਰੀ ਹੈ ਇਹ ਜੀਵਨ ਦੀ ਵਾਸ਼ਨਾ। ਇਸ ਕਰਕੇ ਪ੍ਰਭੂ ਵੱਲ ਕੋਈ ਵਰਲਾ ਹੀ ਜਾਂਦਾ ਹੈ, ਉਹ ਹੀ ਜਾਂਦਾ ਹੈ ਜਿਹੜਾ ਮਰਨਾ ਕਬੂਲ ਕਰ ਲੈਂਦਾ ਹੈ। ਇਹਨਾਂ ਨੂੰ ਬਲਵਿੰਦਰ ਸਿੰਘ ਨੇ ਭੇਜਿਆ ਹੈ, ਅਤੇ ਇਸ ਬਹਾਨੇ ਮੈਂ ਉਹਨੂੰ ਵੀ ਕਹਿੰਦਾ ਹਾਂ ਵੀ ਤੂੰ ਵੀ ਤਿਆਰੀ ਕਰ ਮਾਰਨ ਦੀ। ਤਿਆਰੀ ਕਰ ਸ਼ੁਰੂ ਮਰਨ ਦੀ। ਹੁਣ ਤੋਂ ਹੀ ਜਿੰਨੇ ਆਉਣਾ ਹੀ ਹੈ ਉਹਦੀ ਤਿਆਰੀ ਕਰੋ। ਅਗਰ ਤੁਸੀਂ ਤਿਆਰੀ ਪੂਰੀ ਕਰ ਲਈ ਨਾ ਤੇ ਮੌਤ ਨੇ ਦੁਲਹਨ ਬਣ ਕੇ ਆਉਣਾ ਹੈ, ਕਿਉਂਕਿ ਤਿਆਰੀ ਤੁਹਾਡੀ ਪੂਰੀ ਹੋ ਜਾਣੀ। ਜਿਵੇਂ ਦੁਲਹਾ ਸੱਜਿਆ ਹੁੰਦਾ ਨਾ, ਤਿਆਰੀ ਪੂਰੀ ਹੋਊਗੀ ਦੁਲਹੇ ਦੀ ਤੇ ਦੁਲਹਨ ਆ ਗਈ। ਇੱਦਾਂ ਹੀ ਜਿਨ੍ਹਾਂ ਦੀ ਤਿਆਰੀ ਪੂਰੀ ਸੀ ਨਾ, ਤਾਂ ਉਹ ਕਹਿੰਦੇ ਸਨ ਗਾਓ ਗਾਓ ਹਰੀ ਦੁਲਹਨੀ ਮੰਗਲ ਚਾਰਾ। ਤਿਆਰੀ ਪੂਰੀ ਹੋ ਗਈ ਨਾ, ਮੇਰੇ ਗ੍ਰਹਿ ਆ ਜੇ ਰਾਜਾ ਰਾਮ ਪਤਾਰ, ਭਾਵੇਂ ਰਾਮ ਪਤਾਰ ਆ ਜਾਵੇ। ਤੇ ਜਿਨ੍ਹਾਂ ਦੀ ਤਿਆਰੀ ਪੂਰੀ ਹੋ ਜਾਂਦੀ ਹੈ ਤੇ ਤਿਆਰੀ ਹੀ ਇੱਧਰ ਕਰਵਾਈ ਜਾ ਰਹੀ ਹੈ ਮਰਨ ਦੀ। ਪਰ ਤੁਸੀਂ ਸਮਝ ਨਹੀਂ ਪਾ ਰਹੇ ਹੋ, ਤੁਸੀਂ ਉਹਨਾਂ ਨੂੰ ਭੇਜ ਰਹੇ ਹੋ ਇੱਧਰ ਨੂੰ ਜਿਹੜੇ ਜੀਵਨ ਦੀ ਚਾਹਤ ਦੇ ਨਾਲ ਭਰੇ ਹੋਏ ਹਨ, ਤੇ ਕਹਿ ਰਹੇ ਹਨ ਆਣ ਕੇ ਵੀ ਕਿਰਪਾ ਕਰੋ ਹੋਰ ਲੰਬਾ ਜੀਂਦੇ ਰਹੀਏ, ਚੰਗਾ ਜੀਏ, ਵਧੀਆ ਜੀਏ। ਤੇ ਇੱਧਰ ਕਿਹਾ ਜਾ ਰਿਹਾ ਹੈ ਵੀ ਇਹ ਜੀਵਨ ਦੀ ਲਾਲਸਾ ਛੱਡਣੀ ਹੈ, ਚਾਹਤ ਛੱਡਣੀ ਹੈ। ਦੇਖੋ ਵਾਰ-ਵਾਰ ਗੱਲ ਕਿਆ ਵੀ ਸਮਝ ਵਿੱਚ ਥੋੜ੍ਹੀ ਆਉਂਦੀ ਹੈ। ਤੁਸੀਂ ਸੋਚ ਲੈਂਦੇ ਹੋ ਸਮਝ ਵਿੱਚ ਆਈ, ਕਿ ਦਰਅਸਲ ਜਦੋਂ ਤੁਸੀਂ ਸੁਣਦੇ ਹੋ ਵੈਸਾ ਹੀ ਖਿਆਲ ਹੁੰਦਾ ਵੀ ਸਮਝ ਵਿੱਚ ਆਏ, ਪਰ ਉਹ ਭੁੱਲ ਜਾਂਦੀ। ਭੁੱਲਦੀ ਤਾਂ ਹੀ ਹੈ ਵੀ ਜੀਵਨ ਦਾ ਅੰਗ ਨਹੀਂ ਬਣਦੀ ਹੈ। ਤੁਸੀਂ ਚੱਲਦੇ ਉੱਦਾਂ ਹੀ ਰਹਿੰਦੇ ਹੋ, ਉਸੇ ਲੀਕ 'ਤੇ ਸੁਣ ਕੇ ਸਮਝ ਕੇ ਵੀ। ਅਤੇ ਇੱਧਰ ਉਹੀ ਗੱਲ ਕਹੀ ਜਾ ਰਹੀ ਹੈ ਜਿਹੜੀ ਪੁਰਾਣੇ ਸਤਿਗੁਰਾਂ ਨੇ ਕਹੀ ਸੀ, ਖਿਆਲ ਵਿੱਚ ਫੇਰ ਲਓ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਬਨ ਕਾ ਰੇਣਕਾ, ਸਭਨਾ ਕੀ ਰੇਣਕਾ, ਤਾਂ ਆਓ ਹਮਾਰੇ ਪਾਸ। ਪਹਿਲਾਂ ਕਬੂਲ ਕਰੋ, ਤਿੰਨ ਗੱਲਾਂ ਹਨ। ਮਰਨਾ ਕਬੂਲ ਕਰੋ, ਜੀਵਨ ਦੀ ਇੱਛਾ ਛੱਡਣੀ ਕਬੂਲ ਕਰੋ ਵੀ ਮੈਂ ਨਹੀਂ ਜੀਣਾ ਚਾਹੁੰਦਾ ਹਾਂ ਹੁਣ ਸੰਸਾਰ ਦੇ ਵਿੱਚ, ਬਥੇਰਾ ਜੀ ਲਿਆ, ਜੀ ਕੇ ਦੇਖ ਲਿਆ, ਇਹ ਸਭ ਵਿਅਰਥ ਹੈ। ਜੀਵਨ ਹੈ ਵੀ ਵਿਅਰਥ। ਕੀ ਸਾਰਥਕਤਾ ਹੈ ਜੀਵਨ ਦੇ ਵਿੱਚ ਜਿਹੜਾ ਜੀ ਰਹੇ ਤੁਸੀਂ?
ਅਗਰ ਤੁਸੀਂ ਇੱਦਾਂ ਹੀ ਜੀਂਦੇ ਰਹੋ ਕੀ ਤੁਹਾਨੂੰ ਮਿਲ ਜਾਵੇ। ਤੁਸੀਂ ਸੋਚਦੇ ਹੋ ਚੰਗੀ ਤਰ੍ਹਾਂ ਬੱਚੇ ਬੁੱਚੇ ਪਾਲ ਲਏ, ਵਧੀਆ ਢੰਗ ਦੇ ਨਾਲ ਪਰਿਵਾਰ ਪਾਲ ਲਿਆ ਅਤੇ ਕੋਈ ਉਪਲਬਧੀ ਹੋ ਜਾਵੇਗੀ। ਤੁਸੀਂ ਜ਼ਿਆਦਾ ਫਸ ਰਹੇ ਹੋ। ਤੁਸੀਂ ਜਿੰਨਾ ਜੀ ਰਹੇ ਹੋ ਫਸ ਰਹੇ ਹੋ, ਕਿਉਂਕਿ ਜੀਵਨ ਦੀ ਵਾਸ਼ਨਾ ਤੁਹਾਡੀ ਫਸਾ ਰਹੀ ਹੈ ਤੁਹਾਨੂੰ, ਕਿ ਜਿਨ੍ਹਾਂ ਦੇ ਕਾਰਨ ਤੁਹਾਨੂੰ ਜੀਵਨ ਮਿਲ ਰਿਹਾ ਹੈ ਤਾਂ ਉਹਨਾਂ ਦੇ ਨਾਲ ਤੁਸੀਂ ਜ਼ਿਆਦਾ ਜੁੜ ਰਹੇ। ਅਤੇ ਜੀਵਨ ਦੀ ਲਾਲਸਾ ਛੱਡੋ, ਮਰਨਾ ਕਬੂਲ ਕਰ ਲਓ। ਜੀਵਨ ਦੀ ਲਾਲਸਾ ਛੱਡੋ ਅਤੇ ਸਾਰਿਆਂ ਦੀ ਧੂੜ ਹੋ ਜਾਓ। ਮਿਟਣਾ ਕਬੂਲ ਕਰ ਲਓ ਵੀ ਮੈਂ ਸ੍ਰੇਸ਼ਟਤਮ ਨਹੀਂ ਹੋਣਾ ਹੈ। ਕਈ ਵਾਰ ਆਦਮੀ ਕੋਈ ਮਰਨਾ ਕਬੂਲ ਕਰ ਲਵੇ, ਜੀਵਨ ਦੀ ਲਾਲਸਾ ਛੱਡ ਦੇਵੇ, ਤਾਂ ਉਹਦੇ ਅੰਦਰ ਇਹ ਵੀ ਖਿਆਲ ਪੈਦਾ ਹੋ ਜਾਂਦਾ ਹੈ ਨਾ, ਹੋ ਸਕਦਾ ਹੈ ਵੀ ਦੇਖੋ ਮੇਰੇ ਵਰਗਾ ਕੋਈ ਨਹੀਂ ਹੈ, ਕੋਈ ਜੀਵਨ ਦੀ ਲਾਲਸਾ ਕੋਈ ਨਹੀਂ। ਉਹ ਫਿਰ ਜੀਵਨ ਦੇ ਵਿੱਚ ਫਸ ਗਿਆ। ਅਤੇ ਤੀਸਰੀ ਗੱਲ ਇਸ ਕਰਕੇ ਨਾਲ ਜੋੜੀ ਹੋਈ ਹੈ ਵੀ ਇੱਥੇ ਬਣਨਾ ਕੁਝ ਨਹੀਂ ਹੈ, ਇੱਥੇ ਮਿਟਣਾ ਹੈ। ਇੱਥੇ ਅੱਗੇ ਨੂੰ ਨਹੀਂ ਜਾਣਾ ਹੈ, ਸੰਸਾਰ ਵੱਲ ਨੂੰ, ਸੰਸਾਰ ਵੱਲ ਨਹੀਂ ਹੋਣਾ ਹੈ, ਸੰਸਾਰ ਵੱਲੋਂ ਮਿਟਣਾ ਹੈ, ਵਾਪਸ ਆਉਣਾ ਹੈ, ਧੂੜ ਹੋਣਾ ਹੈ, ਮਿੱਟੀ ਹੋਣਾ ਹੈ। ਜਿੱਥੋਂ ਪੈਦਾ ਹੋਏ ਹੋ ਉਹੋ ਹੀ ਹੋਣਾ ਹੈ। ਮਿੱਟੀ ਤੋਂ ਪੈਦਾ ਹੋਏ ਫਿਰ ਮਿੱਟੀ ਹੋਣਾ। ਮਿਟਾ ਦੇ ਆਪਣੀ ਹਸਤੀ ਕੋ, ਖਾਕ ਬਨ ਜਾ।